प्यारे विद्यार्थियों, मैं उपमा केमिस्ट्री लेक्चरर सरकारी स्मार्ट सीनियर सैकेंडरी स्कूल अमलो बॉयज़ फतेहगढ़ साहब ਤੁਹਾਡਾ ਸਾਰਿਆਂ ਦਾ ਕੈਮਿਸਟਰੀ ਕਲਾਸ ਵਿੱਚ ਸਵਾਗਤ ਕਰਦੀ ਹਾਂ। ਅੱਜ ਦੇ ਲੈਕਚਰ ਦਾ ਟੌਪਿਕ ਹੈ ਟ੍ਰੈਂਡਸ ਇਨ ਪ੍ਰੋਪਰਟੀਜ਼ ਆਫ ਟ੍ਰਾਂਜੀਸ਼ਨ ਐਲੀਮੈਂਟਸ। ਦਿਖਾਏ ਗਏ ਪੀਰੀਓਡਿਕ ਟੇਬਲ ਦੇ ਵਿੱਚ ਸੈਂਟਰ ਦੇ ਵਿੱਚ ਲਾਈਟ ਯੈਲੋ ਕਲਰ ਦੇ ਜਿਹੜੇ ਐਲੀਮੈਂਟਸ ਹੈ ਬੇਟਾ, ਇਹਨਾਂ ਨੂੰ ਆਪਾਂ ਕਹਿੰਦੇ ਆ ਡੀ ਬਲੌਕ ਐਲੀਮੈਂਟਸ। ਇਹਨਾਂ ਨੂੰ ਆਪਾਂ ਟ੍ਰਾਂਜੀਸ਼ਨ ਐਲੀਮੈਂਟਸ ਦੇ ਨਾਮ ਨਾਲ ਹੀ ਜਾਣਦੇ ਹਾਂ ਤੇ ਇਹਨਾਂ ਐਲੀਮੈਂਟਸ ਦੀ ਪ੍ਰੋਪਰਟੀਜ਼ ਦੇ ਟ੍ਰੈਂਡ ਰੁਝਾਨਾਂ ਨੂੰ ਆਪਾਂ ਅੱਜ ਸਟੱਡੀ ਕਰਨਾ ਹੈ। ਡੀ ਬਲੌਕ ਐਲੀਮੈਂਟਸ ਦੀਆਂ ਜਦੋਂ ਆਪਾਂ ਪ੍ਰੋਪਰਟੀਜ਼ ਸਟੱਡੀ ਕਰਨੀ ਹੈ ਤਾਂ ਸਾਡੇ ਦਿਮਾਗ 'ਚ ਪਹਿਲੇ ਕੁਝ ਟਿਪੀਕਲ ਮੈਟਲਸ ਦੀਆਂ ਪ੍ਰੋਪਰਟੀਜ਼ ਆਉਂਦੀਆਂ ਜੋ ਆਪਾਂ 10ਵੀਂ ਜਮਾਤ 'ਚ ਪੜ੍ਹ ਚੁੱਕੇ ਹਾਂ। ਪਹਿਲਾਂ ਹੀ ਇਹਨਾਂ ਨੂੰ ਆਪਾਂ ਜਾਣਦੇ ਹਾਂ, ਬਹੁਤ ਸੌਖੀਆਂ ਲੱਗਦੀਆਂ ਬੇਟਾ। ਜਿਵੇਂ ਮੈਟਲਸ ਆਰ ਮੈਲੇਬਲ, ਮਤਲਬ ਮੈਟਲ ਨੂੰ ਬੀਟ ਕਰਕੇ ਉਹਦੀਆਂ ਲੰਬੀਆਂ ਚਾਦਰਾਂ ਬਣਾਈਆਂ ਜਾ ਸਕਦੀਆਂ, ਸ਼ੀਟਸ ਬਣਾਈਆਂ ਜਾ ਸਕਦੀਆਂ। ਮੈਟਲਸ ਆਰ ਡਕਟਾਈਲ, ਮੀਨਸ ਉਹਨਾਂ ਦੀਆਂ ਲੰਬੀਆਂ ਤਾਰਾਂ ਖਿੱਚੀਆਂ ਜਾ ਸਕਦੀਆਂ ਵਿਦਾਊਟ ਬ੍ਰੇਕਿੰਗ। ਡੀ ਬਲੌਕ ਐਲੀਮੈਂਟਸ ਚਮਕਦਾਰ ਹੁੰਦੇ ਆ, ਲਸਟਰਸ ਹੁੰਦੇ ਆ। ਮੈਟਲਸ ਆਰ ਸੋਨਰਸ, ਇਹਦਾ ਮਤਲਬ ਇਹ ਹੈ ਜਿਵੇਂ ਸਕੂਲ ਦੀ ਘੰਟੀ ਵੱਜਦੀ ਹੈ ਜਦੋਂ, ਤਾਂ ਟਨ 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 ਜਿਹੜੀ ਆਵਾਜ਼ ਹੈ ਉਸ ਸਾਊਂਡ ਕੁਆਲਿਟੀ ਨੂੰ ਆਪਾਂ ਕਹਿੰਦੇ ਹਾਂ, ਉਸ ਐਬਿਲਿਟੀ ਨੂੰ ਸੋਨਰਸ। ਡੀ ਬਲੌਕ ਐਲੀਮੈਂਟਸ ਆਰ ਮੈਲੇਬਲ, ਡਕਟਾਈਲ, lustrous, sonorous, and most importantly they are good conductor of heat and electricity. ਤੇ ਇਸ ਤੋਂ ਇਲਾਵਾ D block elements they are solid at room temperature. ਮਰਕਰੀ ਜਿਹੜਾ ਹੈ ਇਕਲੌਤਾ ਹੈ ਐਸਾ D block element ਹੈ ਜੋ room temperature ਤੇ liquid state 'ਚ exist ਕਰਦਾ ਹੈ। D block elements ਦੀਆਂ properties ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਹੀ ਹੈ, ਟਿਪੀਕਲ ਮੈਟੈਲਿਕ ਪ੍ਰੋਪਰਟੀਜ਼ ਆਪਾਂ ਸਭ ਤੋਂ ਪਹਿਲਾਂ ਸਟੱਡੀ ਕੀਤੀਆਂ, ਮੈਲੇਬਿਲਿਟੀ, ਡਕਟਿਲਿਟੀ, ਗੁੱਡ ਥਰਮਲ ਐਂਡ ਇਲੈਕਟ੍ਰੀਕਲ ਕੰਡਕਟਿਵਿਟੀ, ਲਸਟਰਸ, ਸੋਨਰਸ। ਸੈਕੰਡਲੀ ਆਪਾਂ ਕਿਹਾ ਕਿ ਡੀ ਬਲੌਕ ਐਲੀਮੈਂਟ ਸੋਲਿਡ ਹੁੰਦੇ ਆ ਐਕਸੈਪਟ ਫॉर ਮਰਕਰੀ। ਹੁਣ ਬੇਟਾ ਆਪਾਂ ਕੁਝ ਪ੍ਰੋਪਰਟੀਜ਼ ਦੇ ਟ੍ਰੈਂਡਸ ਸਟੱਡੀ ਕਰਨੇ ਆ ਕਿ ਪੀਰੀਓਡਿਕ ਟੇਬਲ ਦੇ ਵਿੱਚ ਜਿਵੇਂ ਜਿਵੇਂ ਆਪਾਂ ਟ੍ਰਾਂਜੀਸ਼ਨ ਸੀਰੀਜ਼ ਦੇ ਵਿੱਚ ਮੂਵ ਕਰਦੇ ਹਾਂ ਉਵੇਂ ਉਵੇਂ ਐਟੋਮਿਕ ਰੇਡੀਆਈ, ਆਇਨਿਕ ਰੇਡੀਆਈ, ਡੈਂਸਿਟੀਜ਼, ਇਹਨਾਂ 'ਤੇ ਕੀ ਪ੍ਰਭਾਵ ਪੈਂਦਾ ਹੈ, ਕਿਹੜੀਆਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈ, ਕੀ ਇਹ ਘਟਦੀ ਹੈ, ਕੀ ਇਹ ਵੱਧਦੇ ਹੈ। ਫਸਟ ਆਫ ਆਲ ਐਟੋਮਿਕ ਜਾਂ ਆਇਨਿਕ ਰੇਡੀਆਈ ਜਿਹੜੇ ਹੈ ਇਹ ਕੀ ਹੁੰਦੇ ਆ ਬੇਟਾ? ਕਿਸੇ ਵੀ ਐਟਮ ਦੇ ਨਿਊਕਲੀਅਸ ਤੋਂ ਬਾਹਰ ਵਾਲੇ ਸ਼ੈਲ ਤੱਕ ਦੀ ਇਸ ਦੂਰੀ ਨੂੰ ਆਪਾਂ ਕਹਿੰਦੇ ਆ ਐਟੋਮਿਕ ਰੇਡੀਅਸ। ਹੁਣ ਆਪਾਂ ਨੂੰ ਪਤਾ ਕਿ ਡੀ ਬਲੌਕ ਐਲੀਮੈਂਟਸ ਦੇ ਵਿੱਚ ਇਲੈਕਟ੍ਰੋਨ ਜਿਹੜਾ ਬਾਹਰ ਵਾਲੇ ਸ਼ੈਲ 'ਚ ਨਹੀਂ ਐਂਟਰ ਕਰ ਰਿਹਾ, ਬਲਕਿ ਇਲੈਕਟ੍ਰੋਨ ਜਿਹੜਾ ਹੈ ਉਹ ਅੰਦਰ ਵਾਲੇ ਸ਼ੈਲ ਦੇ ਡੀ ਸਬ ਸ਼ੈਲ ਵਿੱਚ ਐਂਟਰ ਕਰ ਰਿਹਾ ਹੈ। ਜਦੋਂ ਇਲੈਕਟ੍ਰੋਨ ਡੀ ਸਬ ਸ਼ੈਲ 'ਚ ਐਂਟਰ ਕਰੇਗਾ ਵਿਦ ਐਟ ਐਵਰੀ ਸਟੇਜ, ਸਕੈਂਡੀਅਮ ਤੋਂ ਟਾਈਟੇਨੀਅਮ, ਵੈਨੇਡੀਅਮ, ਕ੍ਰੋਮੀਅਮ, ਜਿੱਦਾਂ ਜਿੱਦਾਂ ਡੀ ਇਲੈਕਟ੍ਰੋਨ ਇਹਦੇ ਵਿੱਚ ਐਂਟਰ ਕਰੀ ਜਾਏਗਾ, ਡੀ ਇਲੈਕਟ੍ਰੋਨ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹਦੀ ਸ਼ੀਲਡਿੰਗ ਕਪੈਸਿਟੀ, ਸ਼ੀਲਡਿੰਗ ਇਫੈਕਟ ਇਹਦਾ ਬਹੁਤ ਪੂਅਰ ਹੁੰਦਾ ਹੈ। ਨਿਊਕਲੀਅਸ ਬਾਹਰ ਵਾਲੇ ਸ਼ੈਲ ਨੂੰ ਆਪਣੇ ਵੱਲ ਖਿੱਚੇਗਾ, ਐਜ਼ ਅ ਰਿਜ਼ਲਟ ਸਾਈਜ਼ ਘਟੇਗਾ। ਤਾਂ ਜਿੱਦਾਂ ਜਿੱਦਾਂ ਇੱਕ ਟ੍ਰਾਂਜੀਸ਼ਨ ਸੀਰੀਜ਼ ਦੇ ਵਿੱਚ ਆਪਾਂ ਮੂਵ ਕਰਦੇ ਹਾਂ, ਸਾਈਜ਼ ਜਿਹੜਾ ਹੈ ਉਹ ਘਟਦਾ ਹੈ ਅਪ ਟੂ ਮਿਡਲ, ਸਾਈਜ਼ ਡਿਕਰੀਜ਼ਸ ਅਪ ਟੂ ਮਿਡਲ। ਫਿਰ ਮਿਡਲ ਦੇ ਬਾਅਦ ਬੇਟੇ ਜਾ ਕੇ ਸਾਈਜ਼ ਦੇ ਵਿੱਚ ਜਿਹੜੀ ਕੋਈ ਖਾਸ ਕਟੌਤੀ ਨਹੀਂ ਹੁੰਦੀ, ਪਰ ਲਾਸਟ ਦੇ ਵਿੱਚ ਜਿਵੇਂ ਫਸਟ ਟ੍ਰਾਂਜੀਸ਼ਨ ਸੀਰੀਜ਼ ਦਾ ਲਾਸਟ ਮੈਂਬਰ ਹੈ ਜ਼ਿੰਕ, ਉੱਥੇ ਜਾ ਕੇ ਸਾਈਜ਼ ਥੋੜਾ ਜਿਹਾ ਸਵੈਲ ਅਪ ਹੋ ਜਾਂਦਾ, ਸਾਈਜ਼ ਵੱਧ ਜਾਂਦਾ ਹੈ। ਉਹਦਾ ਕਾਰਨ ਕੀ ਹੈ? ਤੁਸੀਂ ਗ੍ਰਾਫ 'ਚ ਵੀ ਬੇਟਾ ਇਹ ਚੀਜ਼ ਦੇਖ ਸਕਦੇ ਹੋ, ਬਟ ਉਹਦਾ ਕਾਰਨ ਕੀ ਹੈ? ਸ਼ੁਰੂ ਦੇ ਵਿੱਚ ਜਦੋਂ ਪਹਿਲਾ ਡੀ ਇਲੈਕਟ੍ਰੋਨ ਗਿਆ, ਦੂਜਾ ਗਿਆ, ਤੀਜਾ ਗਿਆ, ਤਾਂ ਇਹਨਾਂ ਦੀ ਸ਼ੀਲਡਿੰਗ ਇਫੈਕਟ ਇੰਨਾ ਜ਼ਿਆਦਾ ਨਹੀਂ ਸੀ, ਪਰ ਮਿਡਲ ਦੇ ਬਾਅਦ ਡੀ ਬਲੌਕ ਦੇ ਡੀ ਸਬ ਸ਼ੈਲ ਦੇ ਵਿੱਚ ਇਲੈਕਟ੍ਰੋਨਸ ਦੀ ਗਿਣਤੀ ਵੱਧ ਗਈ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਸ਼ੀਲਡਿੰਗ ਇਫੈਕਟ ਵੀ ਵੱਧ ਗਿਆ। ਐਜ਼ ਅ ਰਿਜ਼ਲਟ ਨਿਊਕਲੀਅਸ ਦਾ ਬਾਹਰ ਤੱਕ ਪ੍ਰਭਾਵ ਵੈਸੇ ਹੀ ਥੋੜਾ ਜਿਹਾ ਘਟ ਗਿਆ। ਜਦੋਂ ਇਹ ਸੀਰੀਜ਼ ਪੂਰੀ ਭਰ ਗਈ, ਇਹਨਾਂ ਨੇ ਬਾਹਰ ਤੱਕ ਨਿਊਕਲੀਅਸ ਦੇ ਪ੍ਰਭਾਵ ਨੂੰ ਆਉਣ ਹੀ ਨਹੀਂ ਦਿੱਤਾ। ਸੈਕੰਡਲੀ ਜਦੋਂ ਡੀ ਇਲੈਕਟ੍ਰੋਨਸ ਦੀ ਗਿਣਤੀ ਜ਼ਿਆਦਾ ਹੋ ਗਈ ਤਾਂ ਇਹਨਾਂ 'ਚ ਰਿਪਲਸ਼ਨਸ ਬਹੁਤ ਜ਼ਿਆਦਾ ਵੱਧ ਜਾਣਗੀਆਂ, ਐਜ਼ ਅ ਰਿਜ਼ਲਟ ਸਾਈਜ਼ ਥੋੜਾ ਜਿਹਾ ਵੱਡਾ ਹੋ ਜਾਏਗਾ। ਸੋ ਗ੍ਰਾਫ ਦੇ ਵਿੱਚ ਇਹ ਚੀਜ਼ ਕਲੀਅਰਲੀ ਵਿਜ਼ੀਬਲ ਹੈ ਬੇਟਾ ਕਿ ਸਾਈਜ਼ ਪਹਿਲਾਂ ਘਟ ਰਿਹਾ ਹੈ, ਫਿਰ ਸਾਈਜ਼ ਕਨਸਟੈਂਟ ਜਿਹਾ ਹੋ ਜਾਂਦਾ ਹੈ ਤੇ ਜ਼ਿੰਕ ਦੇ ਵਿੱਚ ਜਾ ਕੇ ਸਾਈਜ਼ ਵੱਧ ਜਾਂਦਾ ਹੈ।
ਦੂਜੀ ਜਿਹੜੀ ਨੋਟ ਕਰਨ ਵਾਲੀ ਗੱਲ ਹੈ ਉਹ ਇਹ ਹੈ ਕਿ 3D ट्रांजिशन सीरीज ਦੇ ਬਾਅਦ 4D ट्रांजिशन सीरीज ਦੇ ਬਾਅਦ 5D ਜਿਹੜਾ ਗੈਪ ਹੈ 3D और 4D ਦਾ ਫਿਰ ਵੀ ਜ਼ਿਆਦਾ ਹੈ। 4D और 5D ਦਾ ਗੈਪ ਬਹੁਤ ਘੱਟ ਹੈ ਬਿਕੋਜ਼ ਉੱਥੇ ਇੱਕ ਫੈਕਟਰ ਲੈਂਥਨੋਇਡ ਕੰਟਰੈਕਸ਼ਨ ਰੋਲ ਪਲੇ ਕਰਦਾ ਹੈ। ਕੁੱਲ ਮਿਲਾ ਕੇ ਆਪਾਂ ਯਾਦ ਕੀ ਰੱਖਣਾ ਹੈ ਕਿ ਡਾਊਨ ਦ ਗਰੁੱਪ ਸਾਈਜ਼ ਵੱਧ ਰਿਹਾ ਹੈ और along the series साइज घट रहा है, सिर्फ एंड वाले एलिमेंट का साइज वड्डा है। हुण इसे ते बेस्ड आपां डेंसिटीज का ट्रेंड भी स्टडी कर सकते हैं। आपां नूं पता है कि डेंसिटी इज इक्वल टू मास पर यूनिट वॉल्यूम। एटम जिहड़े आ सफेरिकल हुंदे हैं, जे रेडियस घटिया तां वॉल्यूम भी घटेगा, जे वॉल्यूम घटिया तां डेंसिटी वधेगी। सो एज अ रिजल्ट एक ट्रांजिशन सीरीज दे विच साइज घट रहा है, वॉल्यूम घट रहा है, पर डेंसिटी वध रही है। ते इत्थे आपां नोट करांगे बेटा कि थर्ड ट्रांजिशन सीरीज दे विच जिथे 5D सबशेल दी फिलिंग हो रही है उत्थे ऑस्मियम ते इरिडियम मोस्ट डेंस एलिमेंट्स फाइंड किए जाते हैं। नैक्सट जी अपनी प्रॉपर्टी आप स्टडी करनी है बेटा डी ब्लॉक एलीमेंट्स की, ट्रांजिशन एलीमेंट्स की, वो है मैटेलिक करैक्टर। आप सारिਆਂ पता है कि ट्रांजिशन एलीमेंट्स जोड़े है वो वेरी गुड मैटल्स, टिपिकल मैटल्स की तरह वो बिहेव करते हैं। मैटेलिक करैक्टर बेटा मैटेलिक बॉन्डिंग ते निर्भर करता है। मैटेलिक बॉन्डिंग का मतलब की होंदा है बेटा कि जिवें हुण लोहा है उहदे विच किवें एटम्स एक दूजे नाल जुड़े हुए हैं, वो मैटेलिक बॉन्डिंग दे नाल जुड़े हुए हैं। मैटेलिक बॉन्डिंग किवें हुंदी है कि इलैक्ट्रॉन्स जिहड़े है आपस दे विच फ्रीली इलैक्ट्रॉन्स जिहड़े है समुंदर इलैक्ट्रॉन्स दे समुंदर दे विच मैटल कर्नल्स आर एम्बेडेड। जिन्ने ही इलैक्ट्रॉन एक एटम दे इलैक्ट्रॉन दूसरे एटम दे इलैक्ट्रॉन नाल जिन्ना ही इंटरैक्ट करनगे, जिन्नी इन्हां दी इंटरैक्शन फ्रीडम ज़्यादा होएगी, उन्नी ही ज़्यादा स्ट्रॉन्ग मैटेलिक बॉन्डिंग होएगी, उन्ना ही ज़्यादा मैटेलिक करैक्टर हाई होएगा। हुण जे आपां इत्थे मैटेलिक करैक्टर नूं समझना चाहते हैं तो आपां नूं इन्हां दी कॉन्फिगरेशनस ते एक नज़र मारनी पएगी, जिन्हां तो आपां नूं पता लगदा है कि हर ट्रांजिशन एलीमेंट दे हर एलीमेंट दे विच किन्ने नंबर ऑफ अनपेयर्ड इलैक्ट्रॉन्स प्रेजेंट है। स्कैंडियम तो जे शुरू करिए तो आपां नूं दिखदा है कि 4s दे विच ये पेयर्ड है, डी दे विच एक इलैक्ट्रॉन है जो कि अनपेयर्ड है। इत्थे 2 इलैक्ट्रॉन्स हैं जो अनपेयर्ड है, इत्थे 3 इलैक्ट्रॉन्स अनपेयर्ड है। क्रोमियम दी इलैक्ट्रॉनिक कॉन्फिगरेशन क्लीयरली शो करती है कि इत्थे मैक्सिमम नंबर ऑफ अनपेयर्ड इलैक्ट्रॉन्स है, इस करके इत्थे मैटेलिक करैक्टर भी वध होएगा। नैक्सट जी प्रॉपर्टी है बेटा दैट इज एंथैल्पी ऑफ एटमाइजेशन। हुण सोच के देखो कि जिहड़ियां मैटल्स दे विच मैटेलिक बॉन्डिंग बहुत ज़्यादा स्ट्रॉन्ग है, उस मैटल दे विचों जे आपां एक एटम अलग करना होवे मैटेलिक बॉन्डिंग नूं ब्रेक करके, तां उस हीट रिक्वायर्ड नूं आपां कहांगे एंथैल्पी ऑफ एटमाइजेशन। जदों मैटेलिक बॉन्डिंग स्ट्रॉन्ग है तां एंथैल्पी ऑफ एटमाइजेशन भी नैचुरली बहुत ज़्यादा होएगी। और एंथैल्पी ऑफ एटमाइजेशन जिहड़ी है वो भी नंबर ऑफ अनपेयर्ड इलैक्ट्रॉन्स पे डिपेंड करेगी। एज वी कैन सी कि क्रोमियम दे विच मैक्सिमम नंबर ऑफ अनपेयर्ड इलैक्ट्रॉन्स हैं 3D ट्रांजिशन सीरीज दे विचों। इसी तरह 4D ट्रांजिशन सीरीज दे विच मोलिब्डेनम ते 5D ट्रांजिशन दे विच टंगस्टन, इन्हां कोले मैक्सिमम नंबर ऑफ अनपेयर्ड इलैक्ट्रॉन्स होंदे हैं, जिस करके इन्हां दी एंथैल्पी ऑफ एटमाइजेशन भी मैक्सिमम होंदी है। नैक्सट प्रॉपर्टी है मेल्टिंग एंड बॉइलिंग पॉइंट्स। बेटे जिन्ना ज़्यादा मैटेलिक करैक्टर, जिन्नी ज़्यादा एंथैल्पी ऑफ एटमाइजेशन, उन्ना ही हाई मेल्टिंग एंड बॉइलिंग पॉइंट्स होंगे। हुण इत्थे ग्राफ तो तुसीं जिवें विजुअलाइज कर सकते हो बेटा कि टंगस्टन थर्ड ट्रांजिशन सीरीज का मैंबर है टंगस्टन। टंगस्टन नाम तो एकदम दिमाग च की आंदा है, इलैक्ट्रिक बल्ब का फिलामेंट टंगस्टन मटीरियल का बनया होंदा है। बेटे इनका मेल्टिंग पॉइंट इन्ना ज़्यादा हाई होंदा है कि जिहड़ा उनका फिलामेंट है दैट स्टार्ट्स ग्लोइंग, वो चमकना शुरू कर दिंदा है, लाइट दिंदा है,
पर वो पिघलदा नहीं हाई टैंपरेचर ते भी। उनका मेल्टिंग पॉइंट बहुत ज़्यादा हाई होने का कारण है उनदे विच हाई नंबर ऑफ मैक्सिमम नंबर ऑफ अनपेयर्ड इलैक्ट्रॉन्स का होना। नैक्सट प्रॉपर्टी है बेटा जी आयनाइजेशन एंथैल्पी। हुण जिवें आपां ये सारे पॉइंट्स एक दूजे दे नाल रिलेटेड है कि इन्हां सारियां प्रॉपर्टीज दी वजह है नंबर ऑफ अनपेयर्ड इलैक्ट्रॉन प्रेजेंट इन डी सबशेल। डी दे कोले किन्ने अनपेयर्ड इलैक्ट्रॉन्स हैगे हैं। जिन्ने ज्यादा अनपेयर्ड इलैक्ट्रॉन उन्ना ही स्ट्रॉन्ग मैटेलिक करैक्टर, उन्नी ही हाई एंथैल्पी ऑफ एटमाइजेशन, उन्ने ही मेल्टिंग बॉइलिंग पॉइंट हाई ते कॉरस्पॉन्डिंगली आयनाइजेशन एंथैल्पीज भी बहुत ज्यादा हाई होंगियां इन्हां दियां। ਇੱਥੇ ਇੱਕ ਨੋਟਵਰਦੀ ਫੀਚਰ ਹੈ ਬੇਟਾ ਕਿ ਜ਼ਿੰਕ ਕੈਡਮੀਅਮ ਮਰਕਰੀ ਇਹਨਾਂ ਦੀਆਂ ਐਂਥੈਲਪੀਜ਼ ਆਇਨਾਈਜੇਸ਼ਨ ਐਂਥੈਲਪੀਜ਼ ਯਾਨੀ ਐਟਮ ਦੇ ਵਿੱਚੋਂ ਬਾਹਰ ਵਾਲਾ ਇਲੈਕਟ੍ਰੋਨ ਇਜੈਕਟ ਆਊਟ ਕਰਨਾ, ਉਹਦੇ ਲਈ ਜਿੰਨੀ એનર્ਜੀ ਚਾਹੀਦੀ ਉਹਨੂੰ ਆਪਾਂ ਕਹਿੰਦੇ ਆਇਨਾਈਜੇਸ਼ਨ ਐਂਥੈਲਪੀ। ਜ਼ਿੰਕ ਦੇ ਕੇਸ ਦੇ ਵਿੱਚ ਆਇਨਾਈਜੇਸ਼ਨ ਐਂਥੈਲਪੀ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਕੈਡਮੀਅਮ ਔਰ ਮਰਕਰੀ ਦੀ ਵੀ। ਸੋਚ ਸਕਦੇ ਹੋ ਕਿਉਂ? ਥੋੜਾ ਜਿਹਾ ਦਿਮਾਗ ਤੇ ਜ਼ੋਰ ਦਿਓ, you will be able to find out the answer। बिल्कुल ठीक बेटा जी। ਜਦੋਂ ਆਪਣੇ ਕੋਲ ਇੱਕ ਸਟੇਬਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਤਾਂ ਉਹਦੀ ਆਇਨਾਈਜੇਸ਼ਨ ਐਂਥੈਲਪੀ ਬੇਟਾ ਬਹੁਤ ਹਾਈ ਹੋਏਗੀ। ਸਟੇਬਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਵਿੱਚੋਂ ਇਲੈਕਟ੍ਰੋਨ ਬਾਹਰ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ, ਬਹੁਤ ਹਾਈ એનર્ਜੀ ਦੇਣੀ ਪੈਂਦੀ ਹੈ। ਇਸ ਕਰਕੇ ਜ਼ਿੰਕ ਕੈਡਮੀਅਮ ਮਰਕਰੀ ਦੀ ਆਇਨਾਈਜੇਸ਼ਨ ਐਂਥੈਲਪੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਹਾਲਾਂਕਿ ਉਹਦੇ ਚ ਅਨਪੇਅਰਡ ਇਲੈਕਟ੍ਰੋਨ कोई नहीं है। बेटा जी नैक्सट वेरी इंपॉर्टेंट प्रॉपर्टी है ट्रांजिशन एलिमेंट्स की, वो है उन्होंने मैग्नैटिक प्रॉपर्टीज। आम तौर पर बेटा सबसटेंसेस दो तरह के होंगे है, जो उन्होंने मैग्नैटिक फील्ड च रखा जाता है उस बेसिस पे उन्होंने बिहेवियर किदां दा हुंदा है। जिहड़े सबसटेंसेस मैग्नैटिक फील्ड दे विच अट्रैक्शन फील करते हैं उन्होंने कहा जाता है पैरामैग्नैटिक सबसटेंसेस, और जिहड़े सबसटेंसेस मैग्नैटिक फील्ड च रखे जान ते रिपल्शन महसूस करते हैं उन्होंने कहा जाता है डायमैग्नैटिक सबसटेंसेस। ट्रांजिशन एलिमेंट्स जिहड़े है वो ज़्यादातर पैरामैग्नैटिक सबसटेंसेस की तरह बिहेव करते हैं, काफ़ी बारी वो डायमैग्नैटिक बिहेवियर भी शो करते हैं। पैरामैग्नेटिज्म या डायमैग्नेटिज्म का कारण हुंदा है प्रेजेंस ऑफ अनपेयर्ड इलैक्ट्रॉन्स। जिस सबसटेंस च जिन्ने ज़्यादा अनपेयर्ड इलैक्ट्रॉन होंगे वो उन्ना ही ज़्यादा पैरामैग्नेटिक बिहेवियर शो करेगा। कारण मैग्नेटिक मोमेंट म्यू फाइंड आउट करन दा फॉर्मूला हुंदा है √n+2 बोहर मैग्नेटॉन। बेटे n रिप्रेजेंट करता है नंबर ऑफ अनपेयर्ड इलैक्ट्रॉन्स। सो आपां इत्थों फॉर्मूले तो ही पता लग रहा है जिन्ने ज़्यादा अनपेयर्ड इलैक्ट्रॉन होंगे उन्नी ही ज़्यादा मैग्नेटिक मूवमेंट होएगी, उन्ना ज़्यादा पैरामैग्नेटिक करैक्टर होएगा। हुण जिवें तुहाडे कोले सामने सारे एलिमेंट्स लिखे हुए हैं, इन्हां दे विच कॉन्फिगरेशन तो देख के पता लगदा है कि किन्ने अनपेयर्ड इलैक्ट्रॉन होणगे। जदों इन्हां दे आयन्स आपां बनाने हैं तां आयन दे विच भी आपां देख के दस सकदे हैं कि किन्ने अनपेयर्ड इलैक्ट्रॉन होणगे। वो अनपेयर्ड इलैक्ट्रॉन की वैल्यू इत्थे पुट करांगे तां अपने कोले म्यू की वैल्यू आ जाएगी। फॉर एग्जाम्पल न्यूमैरिकल पेपर च पूछा जाता है तुहानू कि किसी एलीमेंट जिंदा एटॉमिक नंबर 25 है उनके डाईवेलेंट ते ट्राईवेलेंट आयन दे विच कितनी मैग्नेटिक मूवमेंट होएगी। नाउ सी इनकी कॉन्फिगरेशन की बनेगी बेटा 4s2 3d5। तो जो आप डाईवेलेंट आयन बनाने पुत्र जी, डाईवेलेंट आयन दे विच आ वाले दो चले गए इलैक्ट्रॉन, किन्ने अनपेयर्ड बचे 5। जे आप इत्थे वैल्यू पुट करिए 5 + 2 ते अपने को आ जाता है 5.92 बोहर मैग्नेटॉन। व्हाट अबाउट ट्राईवेलेंट आयन? आ वाले दो चले गए, इत्थों दी भी एक इलैक्ट्रॉन चला गया, टोटल 3। ट्राईवेलेंट मीन्स 3 इलैक्ट्रॉन्स आर लॉस्ट। किन्ने अनपेयर्ड रह गए 4। वैल्यू पुट करो 4 + 2 and the answer is 4.90 बोहर मैग्नेटॉन। तो आप देख सकते हैं जिंदे च अनपेयर्ड इलैक्ट्रॉन ज्यादा है उनकी म्यू ज्यादा, जिंदे च अनपेयर्ड इलैक्ट्रॉन घट है उनकी म्यू घट हुई।
ਜਿਹੜੀ ਨੈਕਸਟ ਪ੍ਰੋਪਰਟੀ ਆਪਾਂ ਸਟੱਡੀ ਕਰਨੀ ਹੈ ट्रांजिशन एलिमेंट्स ਦੀ ਬਹੁਤ ਹੀ ਯੂਨੀਕ ਪ੍ਰੋਪਰਟੀ ਹੈ ਕਿ ट्रांजिशन एलिमेंट्स ਦੀ ਟੈਂਡੈਂਸੀ ਹੁੰਦੀ ਹੈ, ਇੱਕ ਕੋਸ਼ਿਸ਼ ਹੁੰਦੀ ਹੈ ਕਿ ਉਹ ਕੰਪਲੈਕਸਸ ਬਣਾਉਣ। ਕੰਪਲੈਕਸਸ ਕੀ ਹੁੰਦੇ ਆ ਬੇਟਾ? ਕੰਪਲੈਕਸਸ ਹੁੰਦੇ ਆ ਉਹ ਕੰਪਾਊਂਡ ਜਿਨ੍ਹਾਂ ਦੇ ਵਿੱਚ ਕੋਆਰਡੀਨੇਟ ਬੌਂਡ ਹੁੰਦਾ ਹੈ। ਲਿਗੈਂਡ ਉਹ ਇਲੈਕਟ੍ਰੋਨ ਰਿਚ ਸਪੀਸੀਜ਼ ਹੁੰਦੇ ਆ ਬੇਟਾ ਜੋ ਮੈਟਲ ਦੇ ਖਾਲੀ ਆਰਬਿਟਲਸ ਨੂੰ ਆਪਣਾ ਇਲੈਕਟ੍ਰੋਨ ਪੇਅਰ ਕੰਟਰੀਬਿਊਟ ਕਰਦੇ ਆ। ਇਸ ਬੌਂਡ ਨੂੰ ਕਹਿੰਦੇ ਆ ਆਪਾਂ ਕੋਆਰਡੀਨੇਟ ਬੌਂਡ, ਤੇ ਜੋ ਅਲਟੀਮੇਟਲੀ ਕੰਪਾਊਂਡ ਬਣਦਾ ਹੈ ਉਹਨੂੰ ਆਪਾਂ ਕਹਿੰਦੇ ਆ ਕੰਪਲੈਕਸ। ਫॉर एग्जांपल आयरन एटॉमिक नंबर इज 26 ਦੇ ਅਕੋਰਡਿੰਗਲੀ ਦੀ ਕਨਫੀਗਰੇਸ਼ਨ ਹੈ 3d6 4s2। ਜਦੋਂ ਬੇਟੇ ਆਇਰਨ ਦੀ 2 ਪੋਜ਼ਿਟਿਵ ਆਕਸੀਡੇਸ਼ਨ ਸਟੇਟ ਆਉਂਦੀ ਹੈ ਤਾਂ ਆਹ ਵਾਲੇ 2 ਇਲੈਕਟ੍ਰੋਨ ਚਲੇ ਗਏ, ਇੱਥੇ ਕੁਝ ਨਹੀਂ ਹੈ, ਤੇ ਆਹ ਵਾਲੇ 4 ਅਨਪੇਅਰਡ ਇਲੈਕਟ੍ਰੋਨ। ਹੁਣ ਜੇ ਕੋਈ ਸਟਰੋਂਗ ਫੀਲਡ ਲਿਗੈਂਡ, ਅਜਿਹਾ ਲਿਗੈਂਡ ਜਿਹਦਾ ਬਹੁਤ ਹੀ ਸਟਰੋਂਗ ਨੈਗੇਟਿਵ ਇਲੈਕਟ੍ਰਿਕ ਫੀਲਡ ਹੈ, ਜਦੋਂ Fe2 ਪੋਜ਼ਿਟਿਵ ਨੂੰ ਅਪਰੋਚ ਕਰਦਾ ਹੈ ਤਾਂ Fe2 ਪੋਜ਼ਿਟਿਵ ਦੇ ਜਿਹੜੇ ਆ 4 ਅਨਪੇਅਰਡ ਹੈ, ਉਸ ਲਿਗੈਂਡ ਦੇ ਪ੍ਰਭਾਵ ਦੇ ਅੰਦਰ ਆ ਕੇ ਇਹ ਵੀ ਪੇਅਰ ਅਪ ਹੋ ਜਾਂਦੇ ਹੈ ਲਾਈਕ ਦਿਸ। ਤਾਂ ਹੁਣ ਆਇਰਨ ਦੇ 2 d ऑर्बिटल खाली हो गए, s भी खाली है, t भी खाली है। साइनाइड जो कि एक स्ट्रॉन्ग फील्ड लिगेंड है, 6 साइनाइड 1 2 3 4 5 6 ਇੱਥੇ ਆਪਣਾ ਇਲੈਕਟ੍ਰੋਨ ਪੇਅਰ ਡੋਨੇਟ ਕਰ ਦਿੰਦੇ ਹੈ, ਬੌਂਡ ਬਣਾ ਦਿੰਦੇ ਹੈ, ਤੇ ਕੰਪਲੈਕਸ ਕੀ ਬਣਦਾ ਹੈ FeCN6 4 ਨੈਗੇਟਿਵ ਚਾਰजेस। ਆ ਸਕੁਆਇਰ ਬ੍ਰੈਕਟ ਸ਼ੋ ਕਰਦੀ ਹੈ ਬੇਟਾ ਕੰਪਲੈਕਸ ਨੂੰ। ਹੁਣ ਕੁਐਸਚਨ ਜੋ ਐਗਜ਼ਾਮ 'ਚ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਟ੍ਰਾਂਜੀਸ਼ਨ ਐਲੀਮੈਂਟਸ ਕੰਪਲੈਕਸਸ ਕਿਉਂ ਬਣਾਉਂਦੇ ਆ, ਉਹਦਾ ਕਾਰਨ ਹੈ 3 ਪੁਆਇੰਟਸ ਆਪਾਂ ਯਾਦ ਰੱਖਣੇ ਆ ਬੇਟਾ। डी ब्लॉक एलिमेंट्स ਦਾ आयंस ਦਾ छोटा साइज, हाई न्यूक्लियर चार्ज, और तीसरा और सब तो इम्पॉर्टेंट रीजन जो पूरे पीरियोडिक टेबल च और किसी को नहीं है, दैट इज वेकेंट डी ऑर्बिटल्स। ये चीज़ां तीनों एग्जामिनेशन च जो तुहानूं सवाल पूछा जाता है तो रीजन दे विच आ 3 रीजन आने हैं। पहला रीजन होएगा स्मॉल साइज, दूसरा हाई न्यूक्लियर चार्ज, और तीसरा वेकेंट डी ऑर्बिटल्स। इन्हां कारणा करके ही ट्रांजिशन एलिमेंट्स कंपलैक्सेस बनाते हैं। ਜਿਹੜੇ अपनी ट्रांजिशन एलिमेंट्स ਦੀ ਸਭ ਤੋਂ ਵਿਲੱਖਣ यूनीक क्वालिटी है, प्रॉपर्टी है, दैट इज टेंडेंसी टू फॉर्म कलर्ड कंपाउंड्स। ਜਦੋਂ ਬੇਟੇ ਆਪਾਂ ਆਪਣੀ ਲੈਬ 'ਚ ਵਿਜ਼ਿਟ ਕਰਦੇ ਹਾਂ ਤਾਂ ਜਿੰਨੇ ਕੁ ਵੀ ਆਪਾਂ ਨੂੰ ਉੱਥੇ ਰੰਗ ਬਿਰੰਗੇ ਕੈਮੀਕਲਸ ਮਿਲਦੇ ਆ ਉਹ ਸਾਰੇ ਤਕਰੀਬਨ ਕਰਕੇ ਟ੍ਰਾਂਜੀਸ਼ਨ ਐਲੀਮੈਂਟਸ ਦੇ ਵਿੱਚੋਂ ਹੀ ਹੁੰਦੇ ਆ। ਫॉर एग्जांपल ਕਾਪਰ ਸਲਫੇਟ ਦਾ ਬਹੁਤ ਹੀ ਸੋਹਣਾ ਬਲੂ ਕਲਰ ਹੁੰਦਾ ਹੈ ਬੇਟਾ, पोटेशियम डाइक्रोमेट ऑरेंज कलर का हुंदा है, आयरन सल्फेट हल्के हरे रंग का हुंदा है, ते पोटेशियम क्रोमेट डीप येलो कलर का हुंदा है। हुण अपना नैक्सट मोटिव है ये जानने की कोशिश करना कि ट्रांजिशन एलिमेंट्स कलर क्यों बनाते हैं, किवें कलर कंपाउंड बनाने का बेटे मेन इंपॉर्टेंट रीजन है डी ट्रांजिशन। वट आर डी ट्रांजिशंस? बेटे ਆਪਾਂ ਸਾਰਿਆਂ ਨੂੰ ਇਹ ਪਤਾ ਹੈ ਕਿ ਡੀ ਸਬ ਸ਼ੈਲ ਦੇ ਵਿੱਚ 5 ਆਰਬਿਟਲ ਹੁੰਦੇ ਆ। ਇਹ 5 ਆਰਬਿਟਲਸ ਦੀ એનર્ਜੀ ਇੱਕ ਜੈਸੀ ਹੋਣ ਕਰਕੇ ਆਪਾਂ ਇਹਨਾਂ ਨੂੰ ਕਹਿੰਦੇ ਆ ਡੀਜਨਰੇਟ ਆਰਬਿਟਲਸ। ਇਹਨਾਂ 5 ਆਰਬਿਟਲਸ ਦੀ એનર્ਜੀ ਬਿਲਕੁਲ ਸੇਮ ਹੁੰਦੀ ਹੈ। ਜਦੋਂ ਕੋਈ ਲਿਗੈਂਡ ਇਸ ਡੀ ਆਰਬਿਟਲਸ ਨੂੰ ਇਹਨਾਂ ਨੂੰ ਅਪਰੋਚ ਕਰਦਾ ਹੈ ਤਾਂ ਇਹਨਾਂ ਦੀ ਡੀਜਨਰੇਸੀ ਇਜ਼ ਬ੍ਰੋਕਨ ਡਾਊਨ। 5 ਆਰਬਿਟਲਸ ਦੇ ਅਲਟੀਮੇਟਲੀ 2 ਸੈੱਟ ਬਣ ਜਾਂਦੇ हैं। 3 ਆਰਬਿਟਲਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ T2G, ਔਰ 2 ਆਰਬਿਟਲਸ ਦਾ ਸੈੱਟ ਜਿਹਨੂੰ ਆਪਾਂ ਕਹਿੰਦੇ ਆ EG। T2G ਆਰਬਿਟਲਸ ਦੀ એનર્ਜੀ ਪੈਰੈਂਟ ਡੀ ਆਰਬਿਟਲਸ ਦੇ ਨਾਲੋਂ ਘੱਟ ਹੁੰਦੀ ਹੈ ਤੇ EG ਆਰਬਿਟਲਸ ਦੀ એનર્ਜੀ ਵੱਧ ਹੁੰਦੀ ਹੈ। ਹੁਣ ਜੇ ਕੋਈ ਇਲੈਕਟ੍ਰੋਨ ਇੱਥੇ ਪ੍ਰੈਜ਼ੈਂਟ ਸੀ ਤਾਂ ਉਹ ਇਲੈਕਟ੍ਰੋਨ ਲੋਅਰ એનર્ਜੀ ਲੈਵਲ T2G ਦੇ ਵਿੱਚ ਆ ਜਾਏਗਾ। ਜਦੋਂ ਵਾਈਟ ਲਾਈਟ ਇਸ ਕੰਪਾਊਂਡ ਦੇ ਉੱਤੇ, ਇਸ ਆਇਨ ਦੇ ਉੱਤੇ ਫਾਲ ਕਰਦੀ ਹੈ ਤਾਂ ਆਹ ਵਾਲਾ ਇਲੈਕਟ੍ਰੋਨ, ਅਨਪੇਅਰਡ ਇਲੈਕਟ੍ਰੋਨ,
it absorbs energy from white light and it is excited to this Eg. इस ऑर्बिटल ਦੇ ਵਿੱਚ ਹਾਇਰ ऑर्बिटल ਦੇ ਵਿੱਚ ਇਹ ਪ੍ਰਮੋਟ ਹੋ ਜਾਂਦਾ ਹੈ, ਇੱਕ d ऑर्बिटल ਤੋਂ ਦੂਜੇ d ऑर्बिटल ਦੇ ਵਿੱਚ ਪ੍ਰਮੋਟ ਹੋ ਜਾਂਦਾ ਹੈ। ਇਸ ਟ੍ਰਾਂਜੀਸ਼ਨ ਨੂੰ, ਇਸ ਸ਼ਿਫਟ ਨੂੰ ਕਿਹਾ ਜਾਂਦਾ ਹੈ dd ਟ੍ਰਾਂਜੀਸ਼ਨ। ਜਦੋਂ ਵਾਈਟ ਲਾਈਟ ਦਾ ਇੱਕ ਕੰਪੋਨੈਂਟ ਐਬਜ਼ੌਰਬ ਹੋ ਗਿਆ ਤਾਂ ਬਾਕੀ ਦੇ ਕੰਪੋਨੈਂਟ ਟ੍ਰਾਂਸਮਿਟ ਹੋ ਜਾਣਗੇ, ਆਪਾਂ ਨੂੰ ਉਹ ਲੱਗੇਗਾ ਕੰਪਾਊਂਡ ਦਾ ਕਲਰ। ਜਿਵੇਂ ਕਾਪਰ ਸਲਫੇਟ ਬਲੂ ਕਲਰ ਦਾ ਹੈ ਕਿਉਂਕਿ ਵਾਈਟ ਲਾਈਟ 'ਚ ਉਹ ਹਿੱਸਾ ਐਬਜ਼ੌਰਬ ਹੋ ਗਿਆ ਤੇ ਬਲੂ ਲਾਈਟ ਜਿਹੜੀ ਹੈ, ਬਲੂ ਕਲਰ ਰਿਫਲੈਕਟ ਆਊਟ ਹੋ ਗਿਆ, ਆਪਾਂ ਨੂੰ ਕਾਪਰ ਸਲਫੇਟ ਬਲੂ ਲੱਗਦਾ ਹੈ। ਹੁਣ ਪੇਪਰ ਦੇ ਵਿੱਚ ਬੇਟਾ, ਐਗਜ਼ਾਮ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ, ਇਸ ਤਰ੍ਹਾਂ ਦਾ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਦੱਸੋ ਜ਼ਿੰਕ 2 ਪੋਜ਼ਿਟਿਵ ਔਰ ਕਾਪਰ 2 ਪੋਜ਼ਿਟਿਵ ਦੇ ਵਿੱਚੋਂ ਕਿਹੜਾ ਕਲਰਡ ਹੈ ਤੇ ਕਿਉਂ। ਆਪਾਂ ਉੱਥੇ ਇਲੈਕਟ੍ਰੋਨਿਕ ਕਨਫਿਗਰੇਸ਼ਨ ਦੇਖਣੀ ਹੈ। ਜਿਹੜੇ ਆਇਨ ਦੇ ਵਿੱਚ ਅਨਪੇਅਰਡ ਇਲੈਕਟ੍ਰੋਨ ਪ੍ਰੈਜ਼ੈਂਟ ਹੋਏਗਾ ਉਹ ਕਲਰਡ ਹੋਏਗਾ ਕਿਉਂਕਿ ਉਹ dd ਟ੍ਰਾਂਜੀਸ਼ਨ ਸ਼ੋ ਕਰ ਸਕਦਾ ਹੈ। ਜਿੰਦੇ ਕੋਲੇ ਸਾਰੇ ਇਲੈਕਟ੍ਰੋਨ ਪੇਅਰਡ ਹੈ, ਇਲੈਕਟ੍ਰੋਨ ਪ੍ਰਮੋਟ ਹੋ ਹੀ ਨਹੀਂ ਸਕਦਾ ਫਿਰ ਜਦੋਂ ਸਾਰੇ ਪੇਅਰਡ ਹੈ, ਸੋ ਇਟ ਕੈਨ ਨਾਟ ਸ਼ੋ dd ਟ੍ਰਾਂਜੀਸ਼ਨ, ਉਹ ਕਲਰਡ ਨਹੀਂ ਹੋਏਗਾ। ਇੱਥੇ ਆਪਾਂ ਨੂੰ ਪਤਾ ਹੈ 3d10 ਹੈ ਤੇ ਇੱਥੇ 3d9, ਜਿਹੜੇ ਦੋ ਇਲੈਕਟ੍ਰੋਨ ਗਏ ਆ ਉਹ ਤਾਂ s ਦੇ ਵਿੱਚੋਂ ਗਏ ਆ, so all are paired, it will not show dd transition, it will be white। ਜਿੰਦੇ ਵਿੱਚ ਅਨਪੇਅਰਡ ਇਲੈਕਟ੍ਰੋਨ ਹੋਏਗਾ ਉਹ dd ਟ੍ਰਾਂਜੀਸ਼ਨ ਸ਼ੋ ਕਰੇਗਾ ਤੇ ਉਹਦਾ ਕੋਈ ਕਲਰ ਵੀ ਹੋਏਗਾ। d ਬਲੌਕ ਐਲੀਮੈਂਟਸ ਦੀ ਮੋਸਟ ਇੰਪੋਰਟੈਂਟ ਪ੍ਰੋਪਰਟੀਜ਼ ਦੇ ਵਿੱਚੋਂ ਇੱਕ ਹੈ ਕਿ d ਬਲੌਕ ਐਲੀਮੈਂਟਸ ਇੱਕ ਕੈਟਲਿਸਟ ਦੀ ਤਰ੍ਹਾਂ ਕੰਮ ਕਰਦੇ ਆ। ਇਹਨਾਂ ਦੀ ਕੈਟਾਲਿਟਿਕ ਪ੍ਰੋਪਰਟੀਜ਼, ਫॉर ਐਗਜ਼ਾਮਪਲ ਹੈਬਰ ਪ੍ਰੋਸੈਸ ਦੇ ਵਿੱਚ ਜਿੱਥੇ ਨਾਈਟ੍ਰੋਜਨ ਤੇ ਹਾਈਡਰੋਜਨ ਕੰਬਾਈਨ ਕਰਕੇ ਅਮੋਨੀਆ ਬਣਾਉਂਦੇ ਹੈ, ਉਸ ਪ੍ਰੋਸੈਸ ਦੇ ਵਿੱਚ ਆਇਰਨ ਮੋਲਿਬਡੇਨਮ ਦੇ ਐਕਟ ਐਜ਼ ਕੈਟਾਲਿਸਟ, ਮਤਲਬ ਇਹ ਇਸ ਰਿਐਕਸ਼ਨ ਦੀ ਸਪੀਡ ਨੂੰ ਫਾਸਟ ਕਰ ਦਿੰਦੇ ਆ। ਕਿਵੇਂ ਕਰ ਦਿੰਦੇ ਆ ਫਾਸਟ? ਡੀ ਬਲੌਕ ਐਲੀਮੈਂਟਸ ਜੈਸੇ ਕਿਹੜੇ ਗੁਣ ਹੁੰਦੇ ਆ ਜਿਸ ਕਰਕੇ ਉਹ ਰਿਐਕਸ਼ਨ ਦੀ ਸਪੀਡ ਨੂੰ ਫਾਸਟ ਕਰ ਦਿੰਦੇ ਆ? ਬਟ ਇਹਦੇ 3 ਕਾਰਨ ਹੈ। ਪਹਿਲਾ ਕਾਰਨ ਹੈ ਕਿ ਇਹਨਾਂ ਦੇ ਵਿੱਚ ਇੱਕ ਅਬਿਲਿਟੀ ਹੁੰਦੀ ਹੈ ਰਿਐਕਸ਼ਨ ਇੰਟਰਮੀਡੀਏਟਸ ਬਣਾਉਣ ਦੀ। ਕਿਵੇਂ ਬੇਟੇ? ਹਰ ਰਿਐਕਸ਼ਨ ਆਪਾਂ ਨੂੰ ਪਤਾ ਹੈ ਕਿ ਐਕਟੀਵੇਸ਼ਨ એનર્ਜੀ ਹਰ ਰਿਐਕਸ਼ਨ ਨੂੰ ਚਾਹੀਦੀ ਹੈ ਹੋਣ ਦੇ ਲਈ। ਡੀ ਬਲੌਕ ਐਲੀਮੈਂਟਸ ਕੀ ਕਰਦੇ ਹੈ ਕਿ ਇਹ ਰਿਐਕਸ਼ਨ ਦਾ ਪਾਥ, ਰਸਤਾ ਹੀ ਬਦਲ ਦਿੰਦੇ ਹੈ, ਐਸੇ ਰਸਤੇ ਤੋਂ ਲੈ ਜਾਂਦੇ ਹੈ ਜਿੱਥੇ ਐਕਟੀਵੇਸ਼ਨ એનર્ਜੀ ਘੱਟ ਹੋਏਗੀ। ਇਹ ਰਸਤਾ ਹੁੰਦਾ ਹੈ ਇੰਟਰਮੀਡੀਏਟ ਬਣਾ ਕੇ। ਮਤਲਬ ਜੇ ਆਪਾਂ A ਤੇ B ਨੂੰ ਮਿਕਸ ਕਰਕੇ ਪ੍ਰੋਡਕਟ ਬਣਾ ਰਹੇ ਹਾਂ, ਇਹ ਇੱਕ डायरेक्ट रिएक्शन है, ये एक पाथ है। हुण जदों आपां कैटालिस्ट इस्तेमाल करना है तो कैटालिस्ट ने इस पाथ से नहीं चलना, कैटालिस्ट ने रास्ता ही नवा बना लिया। उन्हें एक इंटरमीडिएट स्टेट बनाती A ते B दी, जिथे बॉन्ड ब्रेकिंग ते बॉन्ड मेकिंग दा प्रोसेस चल रहा है। बड़ी छेती ही नवे रस्ते ते तुर के प्रोडक्ट्स बन जाते हैं। दूसरी गल, डी ब्लॉक एलिमेंट्स ए कैटलिस्ट नू क्वालिटी वाइज बेटे लार्ज सरफेस एरिया, इन्हां दा सरफेस एरिया लार्ज हुंदा है जिथे कोई भी रिएक्टेंट ईजीली आके एडजॉर्ब हो सकता है। रिएक्टेंट इत्थे बैठ सकता है, एडजॉर्ब हो सकता है दूसरे रिएक्टेंट दे नाल। दोनों रिएक्टेंट्स बैठ के इत्थे प्रोडक्ट बनाएंगे ते इंटरमीडिएट स्टेट बनेगी ते ਇਹ ਤੋਂ ਬਾਅਦ ਵੇਰੀਏਬਲ ਆਕਸੀਡੇਸ਼ਨ ਸਟੇਟ ਹੋਣ ਕਰਕੇ ਜਿਹੜਾ ਇਹ ਪ੍ਰੋਡਕਟ ਬਣਿਆ ਹੈ ਇਟ ਵਿਲ ਈਜ਼ੀਲੀ ਡੀਜ਼ੋਲਵ, ਸਰਫੇਸ ਨੂੰ ਛੱਡ ਕੇ ਚਲਾ ਜਾਏਗਾ। ਸੋ ਇਹ 3 ਕੁਆਲਿਟੀਜ਼ ਕਰਕੇ, ਨੰਬਰ 1 formation of reaction intermediate, number 2 large surface area for reactant to be adsorbed, variable oxidation state for products to desorb the surface। ਇਹਨਾਂ 3 ਕਾਰਨਾਂ ਕਰਕੇ ट्रांजिशन एलिमेंट्स ਜਿਹੜੇ ਹੈ कैटालिटिक प्रॉपर्टीज शो करते हैं। नेक्स्ट प्रॉपर्टी है बेटा एलॉय फॉर्मेशन। एलॉयज की ਹੁੰਦੇ ਹੈ ਪੁੱਤਰ? एलॉयज ਹੁੰਦੇ ਹੈ होमोजेनस मिक्सचर ऑफ 2 और more metals। ਹੁਣ ਆਪਾਂ ਨੂੰ ਇਹ ਪਤਾ ਹੈ, ਆਪਾਂ ਆਇਨਿਕ ਰੇਡੀਆਈ, ਐਟੋਮਿਕ ਰੇਡੀਆਈ ਸਟੱਡੀ ਕੀਤੇ ਹੈ ਕਿ ਕੁਝ ਮੈਟਲਸ ਦੇ ਡੀ ਬਲੌਕ ਐਲੀਮੈਂਟਸ ਦੇ ਵਿੱਚੋਂ ਕੁਝ ਮੈਟਲਸ ਦੇ ਸਾਈਜ਼ਸ ਸਿਮਿਲਰ ਹੁੰਦੇ ਆ। ਜਦੋਂ ਆਪਾਂ ਸਿਮਿਲਰ ਸਾਈਜ਼ਸ
ਮੈਟਲ ਦੇ ਐਟਮਸ ਨੂੰ ਮਿਕਸ ਕਰਦੇ ਹਾਂ ਤਾਂ ਆਪਣੇ ਕੋਲ ਇੱਕ ਹੋਮੋਜੀਨਸ ਮਿਕਸਚਰ ਤਿਆਰ ਹੋ ਜਾਂਦਾ ਹੈ। ਉਸ ਹੋਮੋਜੀਨਸ ਮਿਕਸਚਰ ਨੂੰ ਆਪਾਂ ਕਹਿੰਦੇ ਹਾਂ ਐਲੋਏ। ਫॉर ਐਗਜ਼ਾਮਪਲ ਬ੍ਰਾਸ ਹੈ ਕਾਪਰ ਅਤੇ ਜ਼ਿੰਕ ਦਾ ਐਲੋਏ, ਬ੍ਰੋਂਜ਼ ਹੈ ਕਾਪਰ ਅਤੇ ਟਿਨ ਦਾ ਐਲੋਏ। ਐਲੋਏ ਫਾਰਮੇਸ਼ਨ ਦਾ ਕਾਰਨ ਕੀ ਹੈ? ਸਿਮਿਲਰ ਸਾਈਜ਼ਸ। ਡਾਇਗਰਾਮ ਤੋਂ ਬਹੁਤ ਕਲੀਅਰਲੀ ਆਸਾਨੀ ਨਾਲ ਤੁਸੀਂ ਦੇਖ ਸਕਦੇ ਹੋ ਬੇਟਾ, ਜਿਵੇਂ ਜ਼ਿੰਕ ਦੇ ਕੁਝ ਐਟਮ ਉਹ ਡਿਸਪਰਸ ਕੀਤੇ ਗਏ ਹੈ ਕਾਪਰਸ ਦੇ ਵਿੱਚ। ਇੱਕ ਕੰਟੇਨਰ 'ਚ ਜੇ ਆਪਾਂ ਪਿਘਲਿਆ ਹੋਇਆ ਕਾਪਰ ਲੈ ਲਿਆ, ਦੂਜੇ 'ਚ ਆਪਾਂ ਪਿਘਲਿਆ ਹੋਇਆ ਜ਼ਿੰਕ ਲੈ ਲਿਆ, ਦੋਨਾਂ ਨੂੰ ਮਿਕਸ ਕਰਤਾ, ਜਦੋਂ ਠੰਡਾ ਕਰਾਂਗੇ ਤਾਂ ਇੱਕ ਹੋਮੋਜੀਨਸ ਮਿਕਸਚਰ ਮਿਲੇਗਾ ਜਿਹਨੂੰ ਆਪਾਂ ਐਲੋਏ ਕਹਿੰਦੇ ਹਾਂ। ਕਾਪਰ ਔਰ ਜ਼ਿੰਕ ਦੇ ਐਲੋਏ ਦਾ ਨਾਮ ਹੈ ਬ੍ਰਾਸ। ਐਟਮ ਦੇ ਸਿਮਿਲਰ ਸਾਈਜ਼ਸ ਹੋਣ ਕਰਕੇ ਉਹ ਕ੍ਰਿਸਟਲ ਲੈਟਿਸ ਦੇ ਵਿੱਚ ਇੱਕ ਦੂਜੇ ਦੀ ਜਗ੍ਹਾ ਆਸਾਨੀ ਨਾਲ ਲੈ ਸਕਦੇ ਹੈ। ਨੈਕਸਟ ਪ੍ਰੋਪਰਟੀ ਬਿਲਕੁਲ ਇਸ ਦੇ ਨਾਲ ਮਿਲਦੀ ਜੁਲਦੀ ਹੈ, ਫਾਰਮੇਸ਼ਨ ਆਫ ਇੰਟਰਸਟੀਸ਼ੀਅਲ ਕੰਪਾਊਂਡਸ। ਬੇਟਾ ਜਦੋਂ ਡੀ ਬਲੌਕ ਐਲੀਮੈਂਟਸ ਕੋਈ ਕ੍ਰਿਸਟਲ ਲੈਟਿਸ ਬਣਾਉਂਦੇ ਹੈ, ਚਾਹੇ BCC HCP ਜਿਹੜਾ ਵੀ ਕ੍ਰਿਸਟਲ ਲੈਟਿਸ ਬਣਾਉਂਦੇ ਹੈ, ਉਹਦੇ 'ਚ ਕੁਝ ਸਪੇਸਿਸ ਵॉइड्स ਰਹਿ ਜਾਂਦੀਆਂ ਹੈ, ਖਾਲੀ ਜਗ੍ਹਾ ਰਹਿ ਜਾਂਦੀ ਹੈ, ਜਿਹਦੇ ਵਿੱਚ ਕਾਰਬਨ, ਹਾਈਡਰੋਜਨ, ਆਕਸੀਜਨ ਵਰਗੇ ਛੋਟੇ ਛੋਟੇ ਨਾਨ ਮੈਟਲਿਕ ਐਟਮਸ ਉਹਦੇ ਵਿੱਚ ਜਗ੍ਹਾ ਆਕਿਊਪਾਈ ਕਰ ਸਕਦੇ ਹਨ ਔਰ ਇਹ ਪੇਰੈਂਟ ਮੈਟਲ ਦੀ ਪ੍ਰਾਪਰਟੀ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੰਦੇ ਆ। ਜਿਵੇਂ ਬੇਟਾ ਆਪਾਂ ਸਟੇਨਲੈਸ ਸਟੀਲ ਦੀ ਜੇ ਗੱਲ ਕਰੀਏ, ਆਇਰਨ ਦਾ ਐਲੋਏ ਹੈ, ਪਰ ਜਦੋਂ ਉਸ ਐਲੋਏ ਦੇ ਵਿੱਚ ਆਪਾਂ ਕਾਰਬਨ ਦੀ ਐਡੀਸ਼ਨ ਕਰਦੇ ਆ ਤਾਂ ਅਜਿਹਾ ਸਟੀਲ ਤਿਆਰ ਹੁੰਦਾ ਹੈ ਜਿਸ ਨੂੰ ਕਿਸੇ ਤਰ੍ਹਾਂ ਦਾ ਸਟੇਨ ਨਹੀਂ ਲੱਗਦਾ। ਕਾਰਬਨ ਨੇ ਉਸਦੀ ਕੁਆਲਿਟੀ ਨੂੰ ਬਦਲ ਦਿੱਤਾ, ਉਸਦੀ ਹਾਰਡਨੈਸ, ਉਸਦੀ ਸਟਰੈਂਥ ਨੂੰ ਵੀ ਕਾਫੀ ਜ਼ਿਆਦਾ ਬਦਲ ਦਿੱਤਾ। ਅਜਿਹੇ ਕੰਪਾਊਂਡਸ ਨੂੰ ਆਪਾਂ ਕਹਿੰਦੇ ਹਾਂ ਇੰਟਰਸਟੀਸ਼ੀਅਲ ਕੰਪਾਊਂਡਸ। ਆਪਾਂ ਹੁਣ ਇਸ ਟੌਪਿਕ ਨੂੰ ਰਿਵਾਈਜ਼ ਕਰਦੇ ਹਾਂ। ਆਪਾਂ ਸ਼ੁਰੂਆਤ 'ਚ ਕੀਤਾ ਸੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੇ ਵਿੱਚ ਯਾਦ ਰੱਖਣ ਵਾਲੀ ਗੱਲ ਕਿਹੜੀ ਹੈ? ਡੀ ਬਲੌਕ ਐਲੀਮੈਂਟਸ ਦੇ ਵਿੱਚ ਬਾਹਰ ਵਾਲਾ ਸ਼ੈਲ ਭਰਿਆ ਹੋਇਆ ਹੈ ਤੇ ਅੰਦਰ ਵਾਲੀ ਸੈਕਿੰਡ ਲਾਸਟ ਪੈਨਲਟੀਮੇਟ ਸ਼ੈਲ ਦੇ ਵਿੱਚ ਇਲੈਕਟ੍ਰੋਨਸ ਭਰੇ ਜਾਣੇ ਆ। ਇੱਥੇ ਆਪਾਂ ਇੱਕ ਐਕਸੈਪਸ਼ਨ ਸੈਕਿੰਡ ਟ੍ਰਾਂਜੀਸ਼ਨ ਸੀਰੀਜ਼ ਤੋਂ ਲੈਂਦੇ ਆ। ਯਾਦ ਰੱਖਣੀ ਹੈ ਇਹ ਪੈਲੇਡੀਅਮ, ਜਿਹਦਾ ਐਟੋਮਿਕ ਨੰਬਰ ਹੈ 46 ਤੇ ਇਹਦੀ ਕੌਨਫੀਗਰੇਸ਼ਨ ਹੈ ਕ੍ਰਿਪਟਨ 4d10 5s0। ਖਾਸ ਯਾਦ ਰੱਖਣ ਵਾਲੀ ਗੱਲ 5s ਦੇ ਵਿੱਚ 0 ਕੋਈ ਇਲੈਕਟ੍ਰੋਨ ਨਹੀਂ। ਜੇ ਤੁਹਾਨੂੰ ਧਿਆਨ 'ਚ ਹੋਵੇ ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ 'ਚ ਆਪਾਂ ns1 to 2 ਲਿਖਦੇ ਹਾਂ, ਬਟ ਪੈਲੇਡੀਅਮ ਇਕਲੌਤਾ ਐਸਾ ਕੇਸ ਹੈ ਜਿੱਥੇ s ਦੇ ਵਿੱਚ 0 ਕੋਈ ਇਲੈਕਟ੍ਰੋਨ ਨਹੀਂ ਹੈ। ਯਾਦ ਰੱਖਣਾ ਇਸ ਨੂੰ। ਦੈਨ ਆਪਾਂ ਟਿਪੀਕਲ ਮੈਟੈਲਿਕ ਪ੍ਰੋਪਰਟੀਜ਼ ਕੀਤੀਆਂ, ਇਹ ਆਪਾਂ ਨੂੰ ਪਹਿਲਾਂ ਹੀ ਯਾਦ ਹੈ। ਮੈਲੇਬਿਲਿਟੀ, ਡਕਟਿਲਿਟੀ, ਕੰਡਕਟਿਵਿਟੀ, ਸੋਨਰਸ, ਲਸਟਰਸ। ਓਕੇ, ਦੈਨ ਐਟੋਮਿਕ ਐਂਡ ਆਇਨਿਕ ਰੇਡੀਆਈ। ਇਸ ਦੇ ਵਿੱਚ ਬੇਟਾ ਆਪਾਂ ਇੱਕ ਜਨਰਲ ਟ੍ਰੈਂਡ ਸਟੱਡੀ ਕੀਤਾ ਸੀ ਕਿ ਜਿੱਦਾਂ ਜਿੱਦਾਂ ਡੀ ਬਲੌਕ ਦੇ ਵਿੱਚ, ਡੀ ਸਬਸ਼ੈਲ ਦੇ ਵਿੱਚ ਇਲੈਕਟ੍ਰੋਨਸ ਐਂਟਰ ਕਰਨਗੇ ਉੱਦਾਂ ਸਾਈਜ਼ ਘਟੇਗਾ ਤੇ ਫਿਰ ਅਖੀਰ 'ਚ ਜਾ ਕੇ ਜ਼ਿੰਕ ਦਾ ਸਾਈਜ਼ ਵੱਡਾ ਹੁੰਦਾ ਹੈ ਕਿਉਂਕਿ ਉੱਥੇ ਇਲੈਕਟ੍ਰੋਨਿਕ ਰਿਪਲਸ਼ਨਸ ਰੋਲ ਪਲੇ ਕਰਨਾ ਸ਼ੁਰੂ ਕਰਦੀਆਂ। ਇਸ ਦੇ ਸੇਮ ਕਿ ਐਟੋਮਿਕ ਰੇਡੀਆਈ ਘਟ ਰਿਹਾ ਹੈ, ਵੋਲਿਊਮ ਘਟ ਰਿਹਾ ਹੈ ਤਾਂ ਡੈਂਸਿਟੀਜ਼ ਵਧਣਗੀਆਂ। ਡੈਂਸਿਟੀ ਦੇ ਕੇਸ 'ਚ ਆਸਮੀਅਮ ਤੇ ਇਰੀਡੀਅਮ ਮੋਸਟ ਡੈਂਸ ਐਲੀਮੈਂਟਸ ਦੇ ਤੌਰ ਤੇ ਯਾਦ ਰੱਖਣੇ ਆਪਾਂ। ਮੈਲਟਿੰਗ ਪੁਆਇੰਟ ਬਹੁਤ ਹਾਈ ਹੁੰਦੇ ਹਨ ਡੀ ਬਲੌਕ ਐਲੀਮੈਂਟਸ ਦੇ ਤੇ ਇਹਨਾਂ ਦੇ ਵਿੱਚ ਬੇਟੇ ਟੰਗਸਟਨ, ਇਹਦੀ ਐਗਜ਼ਾਮਪਲ ਨਹੀਂ ਭੁੱਲਣੀ। ਸਭ ਤੋਂ ਜ਼ਿਆਦਾ ਹਾਈ ਮੈਲਟਿੰਗ ਪੁਆਇੰਟ ਜੇ ਕਿਸੇ ਦਾ ਹੈ ਤਾਂ ਉਹ ਹੈ ਟੰਗਸਟਨ, WN ਦਾ ਸਿੰਬਲ ਹੈ। ਆਇਨਾਈਜੇਸ਼ਨ ਐਂਥੈਲਪੀ ਦੇ ਕੇਸ ਦੇ ਵਿੱਚ ਬੇਟਾ ਜ਼ਿੰਕ, ਕੈਡਮੀਅਮ, ਮਰਕਰੀ, ਇਹਨਾਂ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਫੁੱਲੀ ਫਿਲਡ ਸਟੇਬਲ ਹੋਣ ਕਰਕੇ ਇਹਨਾਂ ਦੇ ਆਇਨਾਈਜੇਸ਼ਨ ਐਂਥੈਲਪੀਜ਼ ਅਨਯੂਜੂਅਲੀ ਹਾਈ ਹੋਣਗੀਆਂ, ਬਹੁਤ ਹਾਈ ਹੋਣਗੀਆਂ। ਵੇਰੀਏਬਲ ਆਕਸੀਡੇਸ਼ਨ ਸਟੇਟ ਬੇਟੇ ਫੈਰਸ ਤੇ ਫੈਰਿਕ, ਆਇਰਨ ਦੀਆਂ ਦੋ ਆਕਸੀਡੇਸ਼ਨ ਸਟੇਟ ਹੈ Fe2 ਪੋਜ਼ਿਟਿਵ, Fe3 ਪੋਜ਼ਿਟਿਵ। ਇਸੇ ਤਰ੍ਹਾਂ ਸਾਰੇ ਹੀ ਡੀ ਬਲੌਕ ਐਲੀਮੈਂਟਸ ਜਿਹੜੇ ਹੈ ਮੈਕਸਿਮਮ ਉਹ 2-2, 3-3 ਕਾਫੀ ਆਕਸੀਡੇਸ਼ਨ ਸਟੇਟਸ ਸ਼ੋ ਕਰਦੇ ਹਨ। ਇਹਨਾਂ ਦੇ ਰਿਡਕਸ਼ਨ ਪੋਟੈਂਸ਼ੀਅਲਸ ਉਹ ਨੈਗੇਟਿਵ ਹੁੰਦੇ ਹੈ, ਮਤਲਬ ਉਹਨਾਂ ਨੇ ਇਲੈਕਟ੍ਰੋਨਸ ਨੂੰ ਲੂਜ਼ ਕਰਨਾ। ਮੈਟਲਸ ਇਲੈਕਟ੍ਰੋਪੋਜ਼ਿਟਿਵ ਹੈ, ਇਲੈਕਟ੍ਰੋਨ ਆਪਣੇ ਚੋਂ ਬਾਹਰ ਕੱਢਣਾ ਚਾਹੁੰਦੇ ਹਨ, ਬਟ ਇੱਥੇ ਐਕਸੈਪਸ਼ਨ ਹੈ ਕਾਪਰ ਜਿਹਦਾ ਇਲੈਕਟ੍ਰੋਡ ਪੋਟੈਂਸ਼ੀਅਲ ਪੋਜ਼ਿਟਿਵ ਹੁੰਦਾ ਹੈ, ਰਿਡਕਸ਼ਨ ਪੋਟੈਂਸ਼ੀਅਲ। ਡੀ ਬਲੌਕ ਐਲੀਮੈਂਟਸ ਕਲਰਡ ਕੰਪਾਊਂਡ ਬਣਾਉਂਦੇ, ਕਾਰਨ ਕੀ ਸੀਗਾ?
डी ट्रांजिशंस, वेरी गुड। ये याद रखना है, पेपर च लिखने लिए सब तो इंपॉर्टेंट चीज़ है डी ट्रांजिशंस। कैटालिस्ट की तरह काम करते हैं। कारण की सी? लार्ज सरफेस एरिया, वेरिएबल ऑक्सीडेशन स्टेट, फॉर्मेशन ऑफ रिएक्शन इंटरमीडिएट। देन मैग्नेटिक प्रॉपर्टीज किहड़े फॉर्मूले दे नाल आपां कैलकुलेट करनी है? म्यू इज इक्वल टू n+2। n मीन्स नंबर ऑफ अनपेयर्ड इलेक्ट्रॉन। जिन्ने अनपेयर्ड इलेक्ट्रॉन ज्यादा होंगे सब्सटेंस पैरामैग्नेटिक होएगा। लास्ट एंड नॉट लीस्ट फॉर्मेशन ऑफ एलॉयज एंड इंटरस्टिशियल कंपाउंड्स। इन्हां च एग्जाम्पल ब्रास, ब्रोंज और इंटरस्टिशियल कंपाउंड दे विच आपां स्टेनलेस स्टील दी एग्जाम्पल नूं याद रखना है। बेटा आई होप कि हुण ये कंसैप्ट तुहानूं काफ़ी सौखा लग रहा होएगा। बैटर होएगा तुसीं किताबां चों अज इहदे नोट्स बनाओ ते इहदे रेलेवेंट क्वेश्चनस अज ही सॉल्व करन दी कोशिश करो। थैंक यू।